ਜੋ ਬਿੱਲ ਰੀਸੈਂਟਲੀ ਪਾਸ ਹੋਇਆ, ਕਿਉਂਕਿ ਉਹਨੇ ਸਾਡੀ ਸਾਰਿਆਂ ਦੀ ਲਾਈਫ ਨੂੰ ਅਫੈਕਟ ਕਰਨਾ ਹੈ। ਅਮੀਰ ਆ, ਗਰੀਬ ਆ, ਕੰਮ ਕਰਦੇ ਨਹੀਂ ਕਰਦੇ। ਅੱਜ ਵਾਸ਼ਿੰਗਟਨ ਪੋਸਟ ਨੇ ਇਹਦੇ ਤੇ ਆਰਟੀਕਲ ਛਾਪਿਆ ਹੈਗਾ ਵੀ ਇਹ ਜਿਹੜਾ ਟੈਕਸ ਬਿੱਲ ਆ ਉਹ ਆਉਣ ਵਾਲੇ ਇਲੈਕਸ਼ਨ ਜਿਹੜੀਆਂ ਅਗਲੇ ਸਾਲ ਹੋਣੀਆਂ ਕਾਂਗਰਸ ਦੇ ਵਿੱਚ ਉਸ ਕੰਟਰੋਲ ਦੇ ਉੱਤੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪਾ ਸਕਦਾ ਹੈਗਾ। ਜਿਹੜਾ ਬਿੱਲ ਆ ਇਹ ਕਾਫੀ ਡੀਪਲੀ ਅਨਪੋਪੂਲਰ ਆ, ਤੇ ਰਿਪਬਲਿਕਨਸ ਦੇ ਕੋਲ ਸਮਾਂ ਹੈਗਾ 1.5 ਸਾਲ ਦਾ ਲੋਕਾਂ ਨੂੰ ਸੈਲ ਕਰਨ ਦੇ ਲਈ, ਜੇ ਉਹ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਸ ਬਿੱਲ ਦੇ ਵਿੱਚ ਕੀ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ 3.3 ਟ੍ਰਿਲੀਅਨ ਡਾਲਰ ਦਾ ਬਿੱਲ ਜਿਹੜਾ ਹੈ ਕਾਂਗਰਸ ਦੇ ਵਿੱਚ ਪਾਸ ਹੋ ਗਿਆ ਹੈ, ਤੇ ਬਹੁਤ ਜਲਦੀ ਪ੍ਰੈਜ਼ੀਡੈਂਟ ਟਰੰਪ ਹੁਣੀ ਇਹਦੇ ਉੱਤੇ ਸਾਈਨ ਕਰ ਦੇਣਗੇ ਤੇ ਫਿਰ ਇਹ ਲਾ ਬਣ ਜਾਊਗਾ। ਜੋ ਨਵਾਂ ਵਾਸ਼ਿੰਗਟਨ ਪੋਸਟ ਇਸ ਇਪਸੋਸ ਪੋਲ ਆਇਆ ਹੈਗਾ ਉਹਦੇ ਮੁਤਾਬਕ ਕਹਿੰਦੇ ਵੀ 2-1 ਇਹਦੀ ਆਪੋਜੀਸ਼ਨ ਆ। ਸੋ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਬਾਹਲਾ ਪੋਪੂਲਰ ਨਹੀਂ ਹੈਗਾ। ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਣਾ, ਤੇ ਪਰ ਇੰਨੀ ਜ਼ਿਆਦਾ ਗਿਣਤੀ ਨਹੀਂ, ਮੈਜੋਰਿਟੀ ਚ ਲੋਕਾਂ ਨੂੰ ਜਿਹੜਾ ਨਹੀਂ ਵੀ ਫਾਇਦਾ ਹੋਣਾ ਹੈਗਾ ਆ। ਸੋ ਜਿਹੜੇ ਜੀਓਪੀ ਦੇ ਮੈਂਬਰਸ ਹੈਗੇ ਆ, ਜਿਹੜੇ ਰਿਪਬਲਿਕਨ ਮੈਂਬਰਸ ਆ, ਕਿਉਂਕਿ ਇਸ ਬਿੱਲ ਨੇ ਮੈਡੀਕਲ ਤੇ ਮੈਡੀਕੇਡ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰਨਾ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹੈਲਥ ਇੰਸ਼ੋਰੈਂਸ ਲੂਜ਼ ਹੋ ਜਾਣੀ ਹੈਗੀ ਆ, ਜਾਂ ਉਹਨਾਂ ਨੂੰ ਕੰਮ ਕਰਨਾ ਪੈਣਾ। ਬਿਲਕੁਲ ਠੀਕ ਆ, ਜੇ ਕੋਈ ਫ੍ਰੀ ਲੈਂਦਾ ਆ ਤੇ ਉਹਨੂੰ ਰਿਕੁਆਇਰਮੈਂਟ ਜ਼ਰੂਰ ਹੋਣੀ ਚਾਹੀਦੀ ਆ ਵੀ ਉਹ ਚਾਹੇ ਵਲੰਟੀਅਰ ਕੰਮ ਕਰੇ ਜਾਂ ਕਿਸੇ ਤਰ੍ਹਾਂ ਐਕਚੁਅਲ ਜੌਬ ਵੀ ਕਰੇ। 17 ਮਿਲੀਅਨ ਲੋਕ ਕਹਿੰਦੇ ਵੀ ਹੈਲਥ ਕੇਅਰ ਕਵਰੇਜ ਲੂਜ਼ ਕਰ ਸਕਦੇ ਆ ਅਕੋਰਡਿੰਗ ਟੂ ਨਾਨ ਪਾਰਟੀਸ਼ਨ ਐਸਟੀਮੇਟ ਦੇ ਮੁਤਾਬਕ। ਸੋ ਕਈ ਜਿਹੜੇ ਕਾਂਗਰਸਮੈਨ ਹੈਗੇ ਆ, ਜਿੱਦਾਂ ਸਾਡੇ ਰਿਪਰੈਜ਼ੈਂਟੇਟਿਵ ਡੇਵਿਡ ਬਲਡਾ, ਉਹ ਵੀ ਆ ਪ੍ਰਿਜ਼ਨ ਵਾਲੇ ਏਰੀਏ ਚੋਂ, ਸੈਂਟਰ ਵੈਲੀ ਚੋਂ, ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਕਹਿੰਦੇ ਹਾਈਐਸਟ ਨੰਬਰ ਆਫ ਮੈਡੀਕੇਡ ਰੈਸੀਪੀਐਂਟਸ ਹੈਗੇ ਆ 60% ਜਾਂ ਮੈਡੀਕਲ ਵਾਲੇ, ਜਾਂ ਸੋ ਬਹੁਤ ਵੱਡਾ ਨੰਬਰ ਹੈਗਾ ਆ। ਇਸੇ ਤਰ੍ਹਾਂ ਐਰੀਜ਼ੋਨਾ ਚ ਹੈਗੇ ਆ ਓਆਨ ਸਿਸਕੋਮਾਨੀ, ਆਇਓਵਾ ਦੇ ਵਿੱਚ ਹੈਗੇ ਆ ਮੈਰੀਨੇਟ ਮੀਕਸ, ਜੰਗ ਕਿਮ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਸੋ ਉਹਨਾਂ ਦੇ ਲਈ ਇਹ ਜਿਹੜੀ ਫਾਈਟ ਆ ਕਾਫੀ ਜ਼ਿਆਦਾ ਔਖੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜਾ ਸੈਨੇਟਰ ਟੌਮ ਟਿਲਰਸ ਆ ਨਾਰਥ ਕੈਰੋਲੀਨਾ ਤੋਂ, ਉਹਨਾਂ ਨੇ ਮੇਰੇ ਖਿਆਲ ਨਾਲ ਉਲਟ ਵੋਟ ਪਾਈ ਸੀ, ਤੇ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਥਾਮਸ ਮੈਸੀ ਤੇ ਫਿਟਜ਼ਪੈਟਰਿਕ ਜਿਹੜੇ ਦੋ ਜਣਿਆਂ ਨੇ ਉਲਟ ਵੋਟ ਪਾਈ। ਸੋ ਉਹਨਾਂ ਦੇ ਡਿਸਟ੍ਰਿਕਟ 'ਚ ਵੀ ਕਾਫੀ ਵੱਡਾ ਅਸਰ ਪੈਣਾ। ਸੋ ਕਿਉਂਕਿ ਮੈਜੋਰਿਟੀ ਬੜੀ ਘੱਟ ਆ, 220 ਦੇ ਮੁਕਾਬਲੇ 212 ਆ, ਤੇ 8 ਜਣਿਆਂ ਦਾ ਹੀ ਫਰਕ ਹੈਗਾ ਆ। 2000 ਤੇ ਵੋਟ ਜਿਹੜੀ ਹੋਈ ਆ ਉਹ ਹੋਰ ਵੀ ਕਲੋਜ਼ ਸੀਗੀ, 214 218 ਦੀ। ਜੀ ਕਿਉਂਕਿ ਦੋ ਜਣੇ ਇੱਧਰ ਨੂੰ ਕਰ ਗਏ ਸੀਗੇ। ਸੋ ਦੂਸਰਾ ਵੱਡਾ ਫੈਕਟਰ ਹੋਊਗਾ ਐਲੋਨ ਮਸਕ ਦਾ, ਕਿਉਂਕਿ ਬਿਲੀਅਨਰ ਐਲੋਨ ਮਸਕ ਪਿਛਲੇ ਲੰਮੇ ਸਮੇਂ ਤੋਂ ਕਹਿ ਰਿਹਾ ਆ, ਜਦੋਂ ਤੋਂ ਇਹ ਬਿੱਲ ਆਇਆ ਆ, ਵੀ ਜੇ ਬਿੱਲ ਇਹ ਪਾਸ ਹੁੰਦਾ ਆ, ਜਿਹੜੇ ਜਿਹੜੇ ਕਾਂਗਰਸਮੈਨ ਨੇ ਇਹਦੇ ਹੱਕ 'ਚ ਵੋਟ ਪਾਈ, ਮੈਂ ਉਹਨਾਂ ਦੇ ਉਲਟ ਕੈਂਪੇਨ ਕਰੂੰਗਾ, ਤੇ ਹੋ ਸਕਦਾ ਇੱਕ ਨਵੀਂ ਪਾਰਟੀ ਵੀ ਉਹ ਬਣਾ ਦੇਣ। 288 ਮਿਲੀਅਨ ਡਾਲਰ ਦੀ ਸਪੋਰਟ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਕੈਂਪੇਨ ਨੂੰ ਕੱਲੇ ਐਲੋਨ ਮਸਕ ਨੇ ਕੀਤੀ ਸੀਗੀ। ਸੋ ਇਹ ਇੱਕ ਜਿਹੜਾ ਵੱਡਾ ਇਸ਼ੂ ਬਣ ਸਕਦਾ ਹੈਗਾ ਆ। ਸੋ ਕੈਂਪੇਨ ਦੇ ਵਿੱਚ ਟਰੰਪ ਹੋਣੀ ਇਹ ਕਹਿ ਰਹੇ ਆ ਵੀ ਜਿਹੜਾ ਮੈਂ ਵਾਅਦਾ ਕੀਤਾ ਸੀ ਵੀ ਪ੍ਰੋਮਿਸਸ ਮੇਡ ਪ੍ਰੋਮਿਸਸ ਕੈਪਟ, ਮੈਂ ਉਹ ਰੱਖਿਆ ਹੈਗਾ। 6000 ਡਾਲਰ ਦੀ ਰਿਡਕਸ਼ਨ ਜਿਹੜੀ ਸੀਨੀਅਰਸ ਦੇ ਲਈ ਹੈਗੀ ਆ, ਉਹ ਕੀਤੀ ਗਈ ਹੈਗੀ ਆ। ਵਰਕਿੰਗ ਕਲਾਸ ਵੋਟਰ ਜਿਹੜੇ ਨਵਾਡਾ ਦੇ ਵਿੱਚ ਹੈਗੇ ਆ, ਜੋ ਹੌਸਪੀਟੈਲਿਟੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੈਗੇ ਆ, ਉਹਨਾਂ ਦੇ ਲਈ ਵਧੀਆ ਕੰਮ ਕੀਤਾ ਵੀ ਉਹਨਾਂ ਨੂੰ ਜਿਹੜੀ ਟਿਪਸ ਮਿਲਦੀਆਂ ਜਾਂ ਓਵਰ ਟਾਈਮ ਹੈਗਾ ਆ, ਉਹਦੇ ਉੱਤੇ ਜਿਹੜਾ ਟੈਕਸ ਨਹੀਂ ਲੱਗਣਾ ਹੈਗਾ। ਤੇ ਇਸੇ ਤਰ੍ਹਾਂ ਰਿਪਬਲਿਕਨ ਲਾ ਮੇਕਰਸ ਜਿੱਦਾਂ ਕਿਮ ਹੈਗੇ ਆ, ਜੋ ਕੈਲੀਫੋਰਨੀਆ ਦੇ ਵਿੱਚ ਔਰੇਂਜ, ਸੈਨ ਬਰਨਡੀਨੋ, ਰਿਵਰਸਾਈਡ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ। ਨਿਊਯਾਰਕ ਦੇ ਵਿੱਚ ਇੱਕ ਰਿਪਰੈਜ਼ੈਂਟੇਟਿਵ ਹੈਗੇ, ਉਹਨਾਂ ਨੇ ਜੋ ਸਾਲਟ ਵਾਲਾ ਹੈਗਾ ਆ ਪ੍ਰੋਗਰਾਮ, ਉਹ ਜੋ ਰਿਡਕਸ਼ਨ ਹੈਗੀ ਆ ਫੈਡਰਲ ਟੈਕਸ ਦੇ ਵਿੱਚ, ਉਹਨੂੰ ਇਸੇ ਤਰ੍ਹਾਂ ਕੰਟੀਨਿਊ ਰੱਖੀ ਹੈਗੀ ਆ। ਉਹ ਉਹਨਾਂ ਦੇ ਪੋਜ਼ਿਟਿਵ ਹੋ ਸਕਦੀ ਹੈਗੀ ਆ। ਸੈਨੇਟਰ ਰੇਸਸ ਵੀ ਹੋਣੀਆਂ ਆ 2026 ਚ ਤੇ 2028 ਦੇ ਵਿੱਚ ਵੀ। ਸੂਜ਼ਨ ਕਾਲਿਨਸ ਮੇਨ ਤੋਂ ਜਿਹੜੀ ਆ ਉਹਨਾਂ ਦੀ ਰੇਸ ਹੋਣੀ ਹੈਗੀ ਆ। ਸੋ ਉਹਦੇ ਉੱਤੇ ਵੀ ਜਿਹੜਾ ਅਸਰ ਕਾਫੀ ਪੈ ਸਕਦਾ ਹੈਗਾ। ਮੈਂ ਸੁਣੀ ਟਾਈ ਬ੍ਰੇਕਰ ਸੀਗੇ, ਤੇ 2028 ਦੇ ਵਿੱਚ ਮੇਨ ਕੰਟੈਂਡਰ ਹੈਗੇ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ। ਸੋ ਉਹਨਾਂ ਦੇ ਉੱਤੇ ਕਿੰਨਾ ਕੁ ਜਿਹੜਾ ਅਸਰ ਪੈਂਦਾ ਹੈ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਆ। ਸੋ ਬਹੁਤ ਸਾਰੇ ਵੈਲਫੇਅਰ ਕੱਟ ਵੀ ਹੋਏ ਆ। ਕੱਲ ਆਪਾਂ ਸ਼ੋਅ ਕਰਦੇ ਸੀ, ਕਿਸੇ ਨੇ ਕਮੈਂਟ ਪਾਇਆ ਸੀ, ਤੇ ਜੀ ਜਿਹੜੇ
ਇਹ ਹੋਣੇ ਚਾਹੀਦੇ ਆ, ਨਹੀਂ ਵੈਲਫੇਅਰ ਕੱਟ ਮਿਲਣੀ, ਕਿਸੇ ਨੂੰ ਫ੍ਰੀ ਨਹੀਂ ਮਿਲਣਾ ਚਾਹੀਦਾ। ਪਰ ਆਪਾਂ ਕੀ ਆ ਨਾ, ਓਵਰਆਲ ਨਹੀਂ ਸੋਚਦੇ। ਸਾਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜਾ ਆਮ ਲੋਕ ਆ, ਉਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਬਹੁਤ ਵਾਰ ਫਰਾਡ ਹੁੰਦੇ ਆ, ਲੋਕ ਫ੍ਰੀ ਮੈਡੀਕਲ ਲੈਂਦੇ ਆ, ਫੂਡ ਸਟੈਂਪਾਂ ਵੀ ਲੈ ਲੈਂਦੇ ਆ, ਜਿਨ੍ਹਾਂ ਨੂੰ ਜਿਹੜੇ ਕੰਮ ਵੀ ਕਰ ਸਕਦੇ ਆ, ਪਰ ਕਈਆਂ ਦੀ ਮਜਬੂਰੀ ਵੀ ਹੁੰਦੀ ਹੈਗੀ ਆ। ਇੱਕ ਚੀਜ਼ ਕਾਰਪੋਰੇਟ ਵੈਲਫੇਅਰ ਵੀ ਹੁੰਦੀ ਆ। ਇੱਕ ਇੱਕ ਅਸੀਂ ਤਾਂ ਆਮ ਲੋਕਾਂ ਦੀ ਵੈਲਫੇਅਰ ਕਰਦੇ ਆ ਨਾ, ਕਾਰਪੋਰੇਟ ਵੈਲਫੇਅਰ ਵੀ ਹੁੰਦੀ ਆ। ਕਾਰਪੋਰੇਟ ਵੈਲਫੇਅਰ ਇੰਨੀ ਜ਼ਿਆਦਾ ਆ, ਇੰਨੀ ਜ਼ਿਆਦਾ ਛੋਟ ਦਿੱਤੀ ਗਈ ਆ ਉਹਨਾਂ ਨੂੰ ਟੈਕਸ 'ਚ, ਤੁਸੀਂ ਜਦੋਂ ਬਿੱਲ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ। ਇੱਕ ਮੈਂ ਐਗਜ਼ਾਮਪਲ ਦੇ ਦਿੰਦਾ, ਪਰਸੋਂ ਹੀ ਹਜੇ ਮਾਈਕਰੋਸਾਫਟ ਨੇ ਅਨਾਊਂਸ ਕੀਤਾ ਵੀ 9000 ਲੋਕਾਂ ਨੂੰ ਉਹ ਲੇ ਆਫ ਕਰਨ ਜਾ ਰਹੇ ਆ। ਜੀ। ਜਦ ਕਿ ਦੂਜੇ ਪਾਸੇ 6000 ਲੋਕਾਂ ਦੇ ਉਹਨੀ H1 ਵੀਜ਼ੇ ਜਿਹੜੇ ਆ ਇਸ ਸਾਲ ਅਪਰੂਵ ਕਰਾਏ ਆ। ਸੋ ਅਮਰੀਕਨ ਸਿਟੀਜ਼ਨ ਲੋਕਾਂ ਨੂੰ ਕੱਢ ਰਹੇ ਆ ਤੇ H1 ਵੀ ਵੀਜ਼ੇ ਦੇ ਉੱਤੇ ਲੋਕਾਂ ਨੂੰ ਸੱਦ ਰਹੇ ਆ। ਠੀਕ ਹੈ ਕਿ ਨਹੀਂ? ਸੋ ਇਹ ਕਾਰਪੋਰੇਟ ਵੈਲਫੇਅਰ ਹੁੰਦੀ ਆ। ਸੋ ਉਹਦੇ ਸਸਤੀ ਤੇ ਵੀ ਪੈਂਦੇ ਜਿਹੜੀ ਆ ਨਾ, ਰੋਕ ਹੋਣੀ ਚਾਹੀਦੀ ਆ। ਪਰ ਜੀ। ਉਹਨਾਂ ਨੂੰ ਤਾਂ ਸੋ ਟੈਕਸ ਉਹ ਕੱਟ ਮਿਲਣੇ ਹੀ ਮਿਲਣੇ ਆ ਜੀ, ਜੀ। ਕੰਪਨੀਆਂ ਨੂੰ। ਸੋ ਉਹਦੇ ਤੇ ਵੀ ਸਾਨੂੰ ਓਵਰਆਲ ਜਿਹੜਾ ਸੋਚਣਾ ਚਾਹੀਦਾ। ਇਹ ਨਾ ਸੋਚੋ ਵੀ ਨਹੀਂ ਯਾਰ ਆਹ ਇੱਕ ਮਾੜਾ ਬੰਦਾ ਜਾਂ ਉਹਨੂੰ ਆਹ ਹੋ ਗਿਆ ਵੀ ਚੰਗਾ ਹੋਇਆ ਉਹਨੂੰ ਕੱਟ ਕਰ ਦਿੱਤਾ। ਕੰਪਨੀਆਂ ਬਾਰੇ ਵੀ ਜਿਹੜਾ ਸੋਚਣਾ ਚਾਹੀਦਾ ਹੈ। ਬਹੁਤੀ ਵਾਰੀ ਕੀ ਹੁੰਦਾ ਹਰਜੋਤ ਸਿੰਘ ਜੀ, ਆਈ ਥਿੰਕ ਹਿਊਮਨ ਨੇਚਰ ਆ ਜਾਂ ਜਿੱਦਾਂ ਵੀ ਆ, ਲੋਕ ਇਸ ਹਿਸਾਬ ਦੇ ਨਾਲ ਸੋਚਦੇ ਵੀ ਜੇ ਕੋਈ ਮਦਦ ਜਾਂ ਜੇ ਕੁਛ ਮਿਲ ਰਿਹਾ ਆ ਤੇ ਉਹ ਮੈਨੂੰ ਹੀ ਮਿਲੇ, ਦੂਜੇ ਨੂੰ ਨਾ ਮਿਲੇ। ਕੰਪਨੀਆਂ ਵੀ ਏਦਾਂ ਸੋਚਦੀਆਂ ਆ, ਤੇ ਉਹਨਾਂ ਨੇ ਉਹੀ ਚੀਜ਼ ਨੂੰ ਲੌਬੀ ਕਰਦੇ ਹੋਏ ਟਰੰਪ ਹੁਣਾਂ ਦੇ ਜਿਹੜੇ ਨਜ਼ਦੀਕੀ ਦੋਸਤ ਮਿੱਤਰ ਆ, ਉਹ ਕਾਰਪੋਰੇਟ ਹੀ ਆ ਸਭ ਤੋਂ ਜ਼ਿਆਦਾ। ਇਹਦੇ ਵਿੱਚ ਕੋਈ ਦੋ ਰਾਵਾਂ ਤਾਂ ਜਿਹੜੀਆਂ ਉਸ ਦੇ ਵਿੱਚ ਹੈ ਨਹੀਂ ਆ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੈਗਾ ਆ। ਓਬਵੀਅਸਲੀ ਇਸ ਦੇ ਵਿੱਚ ਕੁਛ ਚੰਗੀਆਂ ਚੀਜ਼ਾਂ, ਕੁਛ ਮਾੜੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ ਹੀ ਹੋਣਗੀਆਂ। ਸੋ ਉਹੀ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਸਟੈਂਡਰਡ ਡਿਡਕਸ਼ਨਸ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ, ਕਿਤੇ $400 ਵਧਾਤਾ, ਕਿਤੇ $800 ਸਟੈਂਡਰਡ ਡਿਡਕਸ਼ਨਸ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਹੈਗਾ ਆ। 10,000 ਜਿਹੜੀ ਆਈਟਮਾਈਜ਼ਡ ਡਿਡਕਸ਼ਨ ਸੀਗੀ, ਜਿਹੜਾ ਆਟੋ ਪਰਚੇਸ ਦੇ ਉੱਤੇ ਤੁਸੀਂ ਇੰਟਰਸਟ ਪੇ ਕਰਦੇ ਆ, ਉਹ ਵੀ ਇਸ ਦੇ ਵਿੱਚ ਐਡ ਜਿਹੜੀ ਉਹਨਾਂ ਨੇ ਕੀਤੀ ਗਈ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਹੈਗੀਆਂ। ਮੋਸਟਲੀ ਆਪਾਂ ਨੂੰ ਜਦੋਂ ਤੁਸੀਂ ਟੈਕਸ ਭਰਨਾ ਆ ਨੈਕਸਟ ਈਅਰ ਦੇ ਵਿੱਚ, ਉਦੋਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਜਿਹੜੀਆਂ ਉਹ ਮਿਲਣੀਆਂ ਹੈਗੀਆਂ ਆ। ਆਮ ਲੋਕਾਂ ਦੇ ਉੱਤੇ ਇਸ ਦਾ ਕਿੰਨਾ ਕੁ ਅਸਰ ਜਿਹੜਾ ਉਹ ਪਊਗਾ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਹੁਣ ਮੁੱਦਾ ਇਹ ਆ ਹਰਜੋਤ ਸਿੰਘ ਜੀ, ਦੇਖੋ ਪੋਲੀਟਿਕਸ ਆ, ਪੋਲੀਟਿਕਸ ਦੇ ਵਿੱਚ ਇੱਕ ਪਾਰਟੀ ਨੇ ਕਹਿਣਾ ਵੀ ਇਹ ਤੁਹਾਡੇ ਲਈ ਚੰਗਾ, ਦੂਜੀ ਪਾਰਟੀ ਨੇ ਕਹਿਣਾ ਜੀ ਇਹ ਤੁਹਾਡੇ ਲਈ ਮਾੜਾ। ਇਹ ਕਈਆਂ ਦੇ ਲਈ ਚੰਗਾ ਵੀ ਹੋਣਾ, ਕਈਆਂ ਦੇ ਲਈ ਮਾੜਾ ਵੀ ਹੋਣਾ। ਇਹਦੇ ਵਿੱਚ ਦੋ ਰਾਵਾਂ ਨਹੀਂ ਹੈ। ਗੱਲ ਇਹ ਵੀ ਕੀ ਲੋਕਾਂ ਨੂੰ ਇਹ ਸੈੱਲ ਕਰ ਸਕਣਗੇ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਰਿਪਬਲਿਕਨ ਪਾਰਟੀ ਦੇ ਕੋਲ 1.5 ਸਾਲ ਦਾ ਵਕਤ ਆ ਇਲੈਕਸ਼ਨਸ ਤੋਂ ਪਹਿਲਾਂ, ਇਹ ਸੈੱਲ ਕਰਨ ਦੇ ਲਈ ਵੀ ਇਹ ਤੁਹਾਡੇ ਲਈ ਸਭ ਤੋਂ ਵੱਡਾ ਜਿਹੜਾ ਫਾਇਦੇਮੰਦ ਜਿਹੜੀ ਉਹ ਚੀਜ਼ ਹੈਗੀ ਆ। ਪਰ ਮੈਡੀਕੇਡ, ਮੈਡੀਕੈਲ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜਿਹੜੇ ਕੱਟਸ ਦੀ ਜਿਹੜੀ ਚਰਚਾ ਜਿਹੜੀ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਹੋ ਰਹੀ ਆ, ਉਹਨੂੰ ਲੈ ਕੇ ਹੁਣ ਡੈਮੋਕ੍ਰੇਟਸ ਵੀ ਜਿਹੜਾ ਉਹ ਰੌਲਾ ਪਾਉਣਗੇ, ਆਮ ਲੋਕਾਂ ਨੇ ਵੀ ਜਿਹੜਾ ਇਸ ਦੇ ਵਿੱਚ ਵਿਰੋਧਤਾ ਜਿਹੜੀ ਆ ਉਹ ਰੌਲਾ ਜਿਹੜੀ ਉਹ ਪਾਉਣੀ ਆ। ਕੱਲ ਪ੍ਰੈਜ਼ੀਡੈਂਟ ਓਬਾਮਾ, ਜਿਨ੍ਹਾਂ ਦੀ ਅਫੋਰਡੇਬਲ ਕੇਅਰ ਐਕਟ ਜਿਨ੍ਹਾਂ ਨੇ ਪਾਸ ਕਰਾਇਆ ਸੀ, ਉਹ ਵੀ ਕਹਿੰਦੇ ਸੀਗੇ, ਕਹਿੰਦੇ ਵੀ ਇਹਦੇ ਪਾਸ ਹੋਣ ਦੇ ਨਾਲ ਜਿਹੜੀ ਮੈਡੀਕੇਡ ਦੀ ਐਕਸਪੈਂਸ਼ਨ ਤੇ ਉਹ ਆ ਜਿਹੜੀ ਰੋਕੀ ਗਈ ਹੈ ਇਸ ਵਿੱਚ, ਉਹਦੇ ਨਾਲ ਮਿਲੀਅਨਸ ਆਫ ਅਮਰੀਕਨ ਆ ਉਹ ਇੰਸ਼ੋਰੈਂਸ ਤੋਂ ਬਗੈਰ ਹੋਣਗੇ, ਜੋ ਕਿ ਉਹਨਾਂ ਦੇ ਜੀਵਨ ਦੇ ਪੱਧਰ ਨੂੰ ਜਿਹੜਾ ਉਹ ਹੇਠਾਂ ਜਿਹੜਾ ਉਹ ਸੁੱਟ ਸਕਦਾ ਹੈਗਾ ਆ। ਨਾਰਥ ਕੈਰੋਲੀਨਾ ਤਕਰੀਬਨ ਅਗਲੇ ਇੱਕ ਦਹਾਕੇ 'ਚ ਕਹਿੰਦੇ $32 ਬਿਲੀਅਨ ਲੂਜ਼ ਕਰੂਗਾ, ਇਹਨਾਂ ਜਿਹੜੇ ਨਵੇਂ ਜਿਹੜੇ ਇਸ ਬਿੱਲ ਦੇ ਜਿਹੜਾ ਉਹ ਚੱਲਦੇ ਆ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਬਹੁਤ ਸਾਰੀਆਂ ਜਿਹੜੇ ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨ ਆ, ਕਾਂਗਰਸਵੂਮਨ ਆ, ਉਹਨਾਂ ਨੇ ਟਰੰਪ ਹੁਣਾਂ ਦੇ ਡਰ ਤੋਂ ਇਸ ਦੇ ਹਾਂ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ। ਸੋ ਇੱਥੋਂ ਇਹ ਸਪਸ਼ਟ ਹੁੰਦਾ ਵੀ ਟਰੰਪ ਹੁਣਾਂ ਦਾ ਜਿਹੜਾ ਸ਼ਿਕੰਜਾ ਆ ਰਿਪਬਲਿਕਨ ਪਾਰਟੀ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਕੱਸਿਆ ਆ। ਜਿੱਦਾਂ ਉਹ ਚਾਹੁੰਦੇ ਆ, ਜਿਸ ਤਰੀਕੇ ਦੇ ਨਾਲ ਉਹ ਚਾਹੁੰਦੇ ਆ, ਉਹ ਉਸ ਪਾਸੇ ਵੱਲ ਨੂੰ ਜਿਹੜੀ ਆ ਪਾਰਟੀ ਨੂੰ ਮੋੜ ਰਹੇ ਆ, ਉਸ ਨੂੰ ਨਵੀਂ ਦਿਸ਼ਾ ਜਿਹੜੀ ਆ ਉਹ ਦੇ ਰਹੇ ਹੈਗੇ ਆ। ਹਸਪਤਾਲਾਂ ਨੂੰ ਕਹਿੰਦੇ ਵੀ ਹੁਣ ਫੋਰਸ ਹੋਣਾ ਪਊਗਾ, ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਉਸ ਨੂੰ ਰਿਸਟ੍ਰਿਕਟ ਕਰਨ ਦੇ ਲਈ, ਯਾਨੀ ਕਿ ਉਹ ਘਟਾ ਦੇਣਗੇ, ਜਾਂ ਕਈ ਤਾਂ ਉਹਨਾਂ ਨੂੰ ਕਲੋਜ਼ ਵੀ ਜਿਹੜੀਆਂ ਉਹ ਕਰਨੀਆਂ ਜਿਹੜੀਆਂ ਉਹ ਪੈਣਗੀਆਂ। ਸੋ ਡੈਫੀਨੇਟਲੀ ਇੰਸ਼ੋਰੈਂਸ ਵਾਲੇ ਪੱਖ ਤੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜਾ ਇਸ ਬਿੱਲ ਦਾ ਰੌਲਾ ਜਿਹੜਾ ਉਹ ਪੈ ਰਿਹਾ ਹੈਗਾ ਆ।
ਤੇ ਜਿਹੜੇ ਕਹਿੰਦੇ ਸੀ ਆਪਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕੰਮ ਕਰਨ ਵਾਲੀ, ਉਹ ਉਹਨਾਂ ਨੇ ਉਮਰ ਵੀ ਵਧਾਤੀ ਆ। ਅੱਗੇ 65 ਸਾਲ ਤੋਂ ਘੱਟ ਤੱਕ ਸੀਗਾ, ਇਹਨਾਂ ਨੇ 60 65 ਤੋਂ ਉੱਤੇ ਜਿਹੜਾ ਇਸ ਨੂੰ ਵਧਾਤਾ ਵੀ ਉਹਨਾਂ ਨੂੰ ਵੀ ਕੰਮ ਕਰਨਾ ਪਊਗਾ। ਸੋ ਬੰਦਾ ਰਿਟਾਇਰ ਹੋ ਕੇ ਵੀ ਰਿਟਾਇਰ ਨਹੀਂ ਹੋ ਸਕਦਾ ਜੇ ਉਹ ਕਹਿੰਦਾ ਵੀ ਮੈਂ ਇੰਨੇ ਸਾਲ ਇੰਨੇ ਦਹਾਕੇ ਮੈਂ ਇਸ ਸੋਸ਼ਲ ਸਿਕਿਉਰਿਟੀ 'ਚ ਐਡ ਕੀਤਾ ਆਪਣੀ ਇੰਸ਼ੋਰੈਂਸ ਦੇ ਲਈ, ਜਿਹੜਾ ਉਹ ਮੈਂ ਪੇ ਕਰਦਾ ਰਿਹਾ ਆ ਜਾਂ ਕਰਦੀ ਰਹੀ ਆ, ਤੇ ਹੁਣ ਜਦ ਮੈਂ ਉਸਦਾ ਫਾਇਦਾ ਲੈਣਾ ਚਾਹੁੰਦੀ ਹਾਂ ਤੇ ਮੈਨੂੰ ਫਿਰ ਜਿਹੜਾ ਉਸਦੇ ਲਈ ਐਟਲੀਸਟ ਇੰਨੇ ਘੰਟੇ ਜਿਹੜੇ ਆ ਉਹ ਹਫਤੇ ਦੇ ਕੰਮ ਕਰਨਾ ਪੈਣਾ ਆ। ਸੋ ਉਹ ਇੱਕ ਜਿਹੜੀ ਰਿਟਾਇਰਮੈਂਟ ਵਾਲੀ ਫੀਲ ਸੀ ਆਮ ਲੋਕਾਂ ਦੇ ਲਈ। ਹਰ ਇੱਕ ਦੇ ਕੋਲ ਵੈਲਥ ਨਹੀਂ ਹੁੰਦੀ, ਹਰ ਇੱਕ ਜਣਾ ਵੈਲਥ ਜਿਹੜਾ ਉਹ ਨਹੀਂ ਬਣਾ ਸਕਦਾ। ਇਹ ਰਿਐਲਿਟੀ ਆ, ਇਹ ਆਪਾਂ ਨੂੰ ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਹੀ ਜਿਹੜਾ ਉਹ ਪੈਣਾ ਆ। ਤੇ ਬਹੁਤ ਵਾਰੀ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਆਮ ਲੋਕਾਂ ਨੂੰ ਜਿਹੜੀ ਇਸ ਤਰੀਕੇ ਦੇ ਨਾਲ ਮਦਦ ਕਰਦੀਆਂ ਆ, ਤੇ ਉਹਨਾਂ ਦੇ ਪੇ ਦੇ ਵਿੱਚੋਂ ਹਰਜੋਤ ਸਿੰਘ ਜੀ ਕੱਟ ਵੀ ਕਰਦੇ ਹੀ ਰਹੇ ਆ। ਇੰਨੇ ਸਾਲ ਜਿਹੜੀ ਉਹ ਚੀਜ਼ਾਂ ਕੱਟ ਹੁੰਦੀਆਂ ਰਹੀਆਂ, ਤੇ ਜਦੋਂ ਉਹਨਾਂ ਨੂੰ ਦੇਣ ਦੀ ਵਾਰੀ ਆਈ ਤਾਂ ਹੁਣ ਕਹਿੰਦੇ ਵੀ ਨਹੀਂ, ਤੁਹਾਨੂੰ ਦੁਬਾਰਾ ਕੰਮ ਕਰਨਾ ਪਊਗਾ। ਸੋ ਬਹੁਤ ਸਾਰੇ ਐਂਗਲਸ ਨੇ ਇਸ ਦੇ, ਜਿੱਥੇ ਲੋਕ ਕਹਿਣਗੇ ਵੀ ਸਾਨੂੰ ਆਈਟਮੈਂਟਾਈਜ਼ਡ ਜਿਹੜੀਆਂ ਡਿਡਕਸ਼ਨਸ ਆ ਉਸ ਦੇ ਵਿੱਚ ਫਾਇਦਾ ਹੋਊਗਾ, ਟੈਕਸ ਸਾਨੂੰ ਜਿਹੜਾ ਉਹ ਘੱਟ ਦੇਣਾ ਪੈ ਸਕਦਾ ਆ। ਦੂਜੇ ਪਾਸੇ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਆ, ਖਾਸ ਕਰਕੇ ਜਿਨ੍ਹਾਂ ਦੀ ਇਨਕਮ ਜ਼ਿਆਦਾ ਘੱਟ ਆ, ਵੀ ਉਹਨਾਂ ਉੱਤੇ ਨੈਗੇਟਿਵ ਅਸਰ ਵੀ ਇਸ ਬਿੱਲ ਦਾ ਜਿਹੜਾ ਉਹ ਪੈ ਸਕਦਾ ਹੈਗਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਜਿਹੜਾ ਪ੍ਰੋਜੈਕਟ 2025 ਦਾ ਟੈਕਸ ਪਲਾਨ ਜਿਹੜਾ ਉਹ ਸੀਗਾ, ਲੋ ਕੈਪੀਟਲ ਗੇਨ ਟੈਕਸ, IRS ਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਉਹ ਚੇਂਜਸ, 2 ਟੀਅਰ ਟੈਕਸ ਸਿਸਟਮ, ਜਿਸ ਦੇ ਲਈ ਉੱਦਾਂ ਕਾਂਗਰੈਸ਼ਨਲ ਐਕਸ਼ਨ ਦੀ ਜਿਹੜੀ ਉਹ ਰਿਕੁਆਇਰਮੈਂਟ ਹੋਊਗੀ। ਸੋ ਉਸ ਤਰਜ਼ ਦੇ ਉੱਤੇ ਜਿਹੜੀ ਇਸ ਟਾਈਮ ਆਪਾਂ ਨੂੰ ਦੇਖ ਰਹੇ ਆ ਵੀ ਇਹ ਜਿਹੜੇ ਬਿਲਸ ਆ ਉਹ ਚੱਲ ਰਹੇ ਹੈਗੇ। ਸੋ 2 ਮੇਨ ਪੁਆਇੰਟ ਇਸ ਸਾਰੇ ਬਿੱਲ 'ਚੋਂ ਆਏ ਆ, ਜੋ ਮੈਗਾ ਬਿੱਲ ਆ, ਜੋ ਰਿਪਬਲਿਕਨਸ ਆ ਉਹਨਾਂ ਦੇ ਕੋਲ ਕਹਿਣ ਨੂੰ ਹੈਗਾ ਵੀ ਸਾਡੇ ਟੈਕਸ ਕੱਟ ਹੋਏ ਆ। ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਮੇਨ ਮੁੱਦਾ ਸੀ ਵੀ ਇਮੀਗ੍ਰੇਸ਼ਨ ਨੂੰ ਓਵਰਹਾਲ ਕਰਨਾ ਆ, ਤੇ ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਵੱਧ ਜਿਹੜੇ ਆ ਡਿਪੋਰਟ ਕਰਨੇ ਆ, ਉਹਦੇ ਲਈ ਬਿਲੀਅਨਸ ਆਫ ਡਾਲਰ ਮਿਲ ਗਏ ਆ। ਡੈਮੋਕ੍ਰੇਟਸ ਦੇ ਕੋਲ ਹੈਲਥ ਕੇਅਰ ਵਾਲਾ ਜਿਹੜਾ ਮੇਨ ਪੁਆਇੰਟ ਹੋਊਗਾ। ਸੋ ਟਰੰਪ ਹੁਣੀ ਇਹ ਕਹਿੰਦੇ ਆ ਵੀ ਮੈਂ ਜਿਹੜਾ ਵੀ ਪ੍ਰੋਮਿਸ ਮੇਡ ਕੀਤਾ ਸੀ ਆਇਓਵਾ ਦੇ ਵਿੱਚ 2024 ਚ, ਉਸ ਨੂੰ ਮੈਂ ਉਸੇ ਤਰ੍ਹਾਂ ਰੱਖਿਆ ਹੈਗਾ। $4.5 ਟ੍ਰਿਲੀਅਨ ਦੀ ਟੈਕਸ ਬ੍ਰੇਕ ਜਿਹੜੀ ਆ ਪਰਮਾਨੈਂਟ ਟੈਕਸ ਕੋਡ ਦੇ ਮੁਤਾਬਕ ਜਿਹੜੀ ਦਿੱਤੀ ਗਈ ਹੈਗੀ ਆ। $6,000 ਜਿੱਦਾਂ ਜਿਹੜੇ ਉਹ ਸੀਨੀਅਰਸ ਆ ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਆ, ਉਹਨਾਂ ਦੀ ਡਿਡਕਸ਼ਨ ਹੋਊਗੀ। ਸੋ ਡਿਫੈਂਸ ਸਪੈਂਡਿੰਗ ਦੇ ਉੱਤੇ, ਬਾਰਡਰ ਸਿਕਿਉਰਿਟੀ ਦੇ ਉੱਤੇ, ਇਮੀਗ੍ਰੇਸ਼ਨ ਦੇ ਉੱਤੇ $350 ਬਿਲੀਅਨ ਦੀ ਸਪੈਂਡਿੰਗ ਹੋਊਗੀ, ਤਾਂ ਕਿ ਕਹਿੰਦੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਮਾਸ ਡਿਪੋਰਟੇਸ਼ਨ ਐਫਰਟਸ ਆ ਉਸ ਨੂੰ ਪੂਰਾ ਕੀਤਾ ਜਾ ਸਕੇ। ਇਹ ਸੋ ਰਿਪਬਲਿਕਨਸ ਜਿਹੜੇ ਆ ਉਹਨਾਂ ਦੇ ਕੋਲ ਇਹ ਮੇਨ ਮੁੱਦਾ ਹੈਗਾ। ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਕੋਲ ਇਹ ਆ ਵੀ ਦੇਖੋ, ਇਹ ਤਾਂ ਕਹਿੰਦੇ ਸੀ ਵੀ ਨਹੀਂ ਅਸੀਂ ਤਾਂ ਕੱਟ ਕਰਨੇ ਹੈਗੇ ਆ, ਇਸੇ ਕਰਕੇ ਡੋਜ ਡਿਪਾਰਟਮੈਂਟ ਬਣਾਈ ਸੀ, ਤੇ ਪਰ $3.4 ਟ੍ਰਿਲੀਅਨ ਦਾ ਡੈਫਿਸਿਟ ਵੀ ਹੋਊਗਾ। ਇਹ ਜਿਹੜੇ ਡੈਮੋਕ੍ਰੇਟ ਮਿਨੋਰਿਟੀ ਲੀਡਰ ਹਕੀਮ ਜੈਫਰੀਜ਼ ਆ ਉਹਨਾਂ ਨੇ ਇਹ ਕਿਹਾ। ਤੇ ਨਾਲ ਦੀ ਨਾਲ ਜਦੋਂ ਆਮ ਲੋਕਾਂ ਦੇ ਉੱਤੇ ਹੈਲਥ ਇੰਸ਼ੋਰੈਂਸ ਦਾ ਤੁਹਾਨੂੰ ਮੈਡੀਕਲ ਕੱਟ ਹੋਊਗਾ, ਜਾਂ ਜਿਸ ਤਰ੍ਹਾਂ ਤੁਸੀਂ ਸਿਟੀਜ਼ਨ ਨਹੀਂ ਹੈਗੇ ਤੁਹਾਡੀ ਸਬਸਿਡੀ ਕੱਟ ਹੋਊਗੀ, ਉਹ ਆਉਣ ਵਾਲੇ ਸਮੇਂ 'ਚ ਡਿਟੇਲ 'ਚ ਹੋਊਗੀ, ਕਿਉਂਕਿ ਬਿੱਲ 1100 ਪੇਜ ਦੇ ਕਰੀਬ ਹੈਗਾ ਆ। ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਤੇ ਉਹ ਜਦੋਂ ਤੁਹਾਡੇ ਤੇ ਇੰਡੀਵਿਜੂਅਲੀ ਅਸਰ ਹੋਊਗਾ ਫੇਰ ਤੁਸੀਂ ਦੇਖੋਗੇ ਵੀ ਹਾਂ ਇਹ ਸਾਡਾ ਜਿਹੜਾ ਇਹਦੇ ਨਾਲ ਨੁਕਸਾਨ ਹੋਇਆ ਆ। ਫੌਕਸ ਪੋਲਸ ਜਿਹੜੀਆਂ ਕੀਤੀਆਂ ਆ ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ 59% ਜਿਹੜੇ ਰਜਿਸਟਰਡ ਵੋਟਰਸ ਆ ਉਹ ਅਪੋਜ਼ ਕਰ ਰਹੇ ਬਿੱਲ ਨੂੰ। ਸੋ ਫੌਕਸ ਰਿਪਬਲਿਕਨਾਂ ਦਾ ਚੈਨਲ ਆ, 38% ਜਿਹੜੇ ਆ ਉਹ ਫੇਵਰ ਕਰ ਰਹੇ ਆ। ਪਰ ਜਿਹੜੇ ਰਿਪਬਲਿਕਨਸ ਆ ਇਹ ਓਵਰਆਲ ਉਹਨਾਂ ਨੇ ਦੱਸਿਆ, ਜਿਹੜੇ ਰਿਪਬਲਿਕਨਸ ਆਲਮੋਸਟ 47% ਹੱਕ 'ਚ ਆ ਤੇ 46% ਅਗੇਂਸਟ ਹੈਗੇ। ਜੀ, ਸੋ ਮਿਡ ਟਰਮ ਦੇ ਉੱਤੇ ਇਸ ਬਿੱਲ ਦਾ ਬਹੁਤ ਵੱਡਾ ਜਿਹੜਾ ਉਹ ਅਸਰ ਪਊਗਾ। ਹੱਕ 'ਚ ਆਉਂਦਾ ਆ, ਉਲਟ ਆਉਂਦਾ ਆ, ਇਹ ਜਿਹੜੀ ਉਹ ਹੁਣ ਦੇਖਣ ਵਾਲੀ ਗੱਲ ਰਹੂਗੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਈਸ ਦੇ ਉੱਤੇ ਇਸ ਦਾ ਅਸਰ, ਇਮੀਗ੍ਰੇਸ਼ਨ ਦੇ ਉੱਤੇ ਇਸ ਬਿੱਲ ਦਾ ਕੀ ਅਸਰ ਜਿਹੜਾ ਹੋਊਗਾ, ਉਸ ਦੇ ਉੱਤੇ ਆਪਾਂ ਥੋੜ੍ਹੀ ਚਰਚਾ ਜਿਹੜੀ ਉਹ ਕਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।